परम सत्कारयोग सतगुरां दी साजी निवाजी गुरु रूप प्यारी साध संगत जी, आप सारियां संगतां रल मिल के सतगुरु महाराज जियां दी अलाही गुरबाणी सरवण करते हाँ। साक्षात परमात्मा दे जिहड़े बोल ने उन्हां नूं सुणन दे यतन पे करते हैं तां कि जिंदगी जिउण दी जांच आ जावे। भावें मनुख बहुता सूझवान हो चुके है, बड़ियां पढ़ाइयां कर लियां ने, साइंस ने बड़ी तरक्की की है, बड़ियां काढां कढ़ियां हन। हर एक पक्ष तो मनुख ने सब कुछ अपने अनुकूल किया होया है। दरियावां दा पानी उन्हां दे वहण नूं रोक के नहरां कढ़ के उहदे विचों उसे पानी नूं अपनी फसल वास्ते अपने अनुकूल कीता है, तैयार कर लिया। दरियावां दा पानी फसलों तक पहुँच रहा है। हवा जिहड़ी है, हवा भी मनुख ने अपने अनुकूल की हुई है। बड़े काम हवा तो ले रहे है। हवा दे विच बड़ा कुछ मनुख ने छड्डिया होया है। इतनियां खतरनाक किरणां छड्डियां होईयां ने, दिसदियां नहीं है पर है जरूर। हवा तो भी ये अपने अनुकूल करके उतों काम ले रहे है। जिन्ना कुछ भी असीं तकदे हाँ संसार दे विच, सारा कुछ मनुख ने अपने अनुकूल कर लिया। ते जिमें जिमें ये बाहरों सारियां चीज़ां अपने अनुकूल करता गया, हवा है, धरती है, पानी है, आकाश है, सूरज है, चंद्रमा है, ग्रह नक्षत्र तारे ने, बड़ा कुछ वरत लिया इसने। ये जिमें जिमें ये सब कुछ अपने अनुकूल करता गया, उवें मनुख आप बिल्कुल अंदरों खाली होंदा तुरया गया, बिल्कुल अंदरों खाली होंदा गया। कि अंदरों खाली मनुख की पहचान की है कि जिसनों अंदरों बिल्कुल भी ज्ञान नहीं है, बिल्कुल भी जिहड़ा अंदरों मुर्दा हो चुकिया है। मुर्दे की पहचान, खाली मनुख की पहचान कि अंदर बिल्कुल कुछ भी नहीं है, क्योंकि इनू सारा कुछ बाहर ही दिखाई देन लग पिया। हालात इहो जे बन गए ने, ये शायद दकदा कि परमात्मा भी किते बाहर ही है। इहो जे हालात इसके बन गए ने। अंदरों बिल्कुल ये मनुख मुर्दा हो चुके हैं। मुर्दे मनुख की पहचान की है? मुर्दे मनुख की पहचान है, ये मुर्दियां की पूजा करता है, उसकी पूजा करता है। थां पर थां ते इतना कुछ मनुख ने मुर्दे पैदा कर ले ने कि वो गिनती तो बाहर होए पे ने। जिस भी गली मुहल्ले नगर शहर कस्बे दे विच जाओ,
ਥਾਂ ਥਾਂ 'ਤੇ ਮਨੁੱਖ ਨੇ ਮੁਰਦਿਆਂ ਦੇ ਘਰ ਬਣਾਏ ਹੋਏ ਨੇ। ਅਤੇ ਮੁਰਦਿਆਂ ਦੇ ਘਰ ਕੌਣ ਬਣਾਉਂਦਾ? ਮੁਰਦੇ ਹੀ ਬਣਾਉਣਗੇ। ਜਿਉਂਦਾ ਜਾਗਦੇ ਮਨੁੱਖ ਦੀ ਜਿਹੜੀ ਸਾਂਝ ਹੈ ਉਹ ਜਿਉਂਦੇ ਜਾਗਦੇ ਮਨੁੱਖ ਦੇ ਨਾਲ ਹੀ ਪਊਗੀ, ਮੁਰਦੇ ਦੇ ਨਾਲ ਨਹੀਂ ਪੈਂਦੀ। ਹਾਂ, ਜਿਹੜਾ ਹੋਇਆ ਮੁਰਦਾ ਉਹਦੀ ਸਾਂਝ ਮੁਰਦੇ ਦੇ ਨਾਲ ਪੈਂਦੀ ਹੈ। ਸਮਾਜ ਦੇ ਵਿੱਚ ਚੋਰ ਦੀ ਸਾਂਝ ਚੋਰ ਨਾਲ ਹੈ, ਸਾਧੂ ਦੀ ਸਾਂਝ ਸਾਧੂ ਦੇ ਨਾਲ ਹੈ, ਬੱਚੇ ਦੀ ਸਾਂਝ ਬੱਚੇ ਦੇ ਨਾਲ ਹੈ, ਜਵਾਨ ਦੀ ਸਾਂਝ ਜਵਾਨ ਦੇ ਨਾਲ ਹੈ, ਬੁਢੇਪੇ ਦੀ ਸਾਂਝ ਬੁੱਢਿਆਂ ਦੇ ਨਾਲ ਹੈ। ਰਲ ਮਿਲ ਕੇ ਸਾਰੇ ਬੈਠਦੇ ਨੇ। ਤੋ ਫਿਰ ਅੰਦਰੋਂ ਮੁਰਦੇ ਹੋਏ ਮਨੁੱਖ ਦੀ ਪਹਿਚਾਣ ਹੈ ਕਿ ਇਹ ਮੁਰਦਿਆਂ ਦੇ ਘਰ ਬਣਾਵੇਗਾ, ਅਤੇ ਮੁਰਦਿਆਂ ਦੇ ਘਰ ਤੇ ਸਮਾਜ ਵਿੱਚ ਬਣ ਰਹੇ ਨੇ। ਗੁਰੂ ਸਾਹਿਬ ਜੀ ਮਹਾਰਾਜ ਨੇ ਤੇ ਸੁਚੇਤ ਕੀਤਾ, ਤੂੰ ਤੇ ਜਿਉਂਦਾ ਹੈ, ਦਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ। ਤ੍ਰਿਸ਼ਨਾ ਰਾਚਨਾ ਪਰ ਘਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਤੂੰ ਤੇ ਜਿਉਂਦਾ ਜਾਗਦਾ, ਤੂੰ ਜਿਉਂਦਾ ਜਾਗਦਾ ਹੀ ਮੁਰਦਾ ਬਣਿਆ ਫਿਰਦਾ। ਇੱਕ ਤੇ ਮਿਰਤੂ ਹੋ ਕੇ ਮੁਰਦਾ ਹੁੰਦਾ, ਇੱਕ ਜਿਉਂਦਾ ਜਾਗਦਾ ਹੀ ਮੁਰਦਾ ਹੁੰਦਾ। ਅੰਦਰੋਂ ਮੁਰਦੇ ਮਨੁੱਖ ਦੀ ਪਹਿਚਾਣ ਹੈ, ਮੁਰਦਿਆਂ ਦੀ ਪੂਜਾ ਕਰਦਾ ਹੈ। ਅੰਦਰੋਂ ਖਾਲੀ ਮਨੁੱਖ ਦੀ ਪਹਿਚਾਣ ਹੈ ਕਿ ਬਿਲਕੁਲ ਇਹ ਖਾਲੀ ਘਰ ਦੀ ਪੂਜਾ ਕਰਦਾ ਹੈ, ਖਾਲੀਆਂ ਦੀ ਪੂਜਾ ਕਰਦਾ ਹੈ। ਜਿਹਦੇ ਆਪਣੇ ਕੋਲ ਕੁਛ ਨਹੀਂ ਹੈ ਉਹ ਦੂਸਰੇ ਨੂੰ ਕੀ ਦੇਵੇਗਾ? ਕਬੀਰ ਸਾਹਿਬ ਜੀ ਤੇ ਐਲਾਨੀਆਂ ਕਹਿੰਦੇ ਨੇ, ਕਬੀਰ ਮਾਏ ਮੁੰਡੋ ਤੇ ਗੁਰੂ ਕੀ, ਜਾਤੇ ਭਰਮ ਨਾ ਜਾਏ, ਆਪ ਡੁੱਬੇ ਚਾਹ ਵੇਦ ਮੈਂ ਚੇਲੇ ਦੀਏ ਬਹਾਏ। ਜਿਹੜੇ ਆਪ ਡੁੱਬੇ ਹੋਏ ਨੇ ਉਹ ਤੇ ਆਪਣੇ ਚੇਲਿਆਂ ਨੂੰ ਵੀ ਲੈ ਕੇ ਡੁੱਬ ਜਾਣਗੇ। ਜਿਹੜੇ ਆਪ ਹੀ ਮੁਰਦੇ ਨੇ ਉਹ ਤੈਨੂੰ ਵੀ ਲੈ ਕੇ ਡੁੱਬ ਜਾਣਗੇ। ਬਿਹਤਰ ਜ਼ਿੰਦਗੀ ਇਹੋ ਹੀ ਹੈ ਕਿ ਤੂੰ ਉਸ ਪਰਮਾਤਮਾ ਦੇ ਨਾਲ ਜੁੜ ਜਿਹੜਾ ਪਰਮੇਸ਼ਰ ਸਤਿਗੁਰ ਜਾਗਤਾ ਹੈ ਦੇਉ। ਜਿਹੜਾ ਪਰਮੇਸ਼ਰ ਹਮੇਸ਼ਾ ਜਾਗਦਾ ਹੈ, ਹਮੇਸ਼ਾ ਜਿਹੜਾ ਪਰਮੇਸ਼ਰ ਤੇਰੇ ਨਾਲ ਗੱਲਾਂ ਬਾਤਾਂ ਕਰਦਾ ਹੈ, ਤੇਰੇ ਦੁੱਖ ਸੁੱਖ ਸੁਣਦਾ ਹੈ, ਉਸ ਦੇ ਨਾਲ ਜੁੜ। ਅਤੇ ਉਸ ਦੇ ਨਾਲ ਜੁੜੇ ਹੋਏ ਦੀ ਪਹਿਚਾਣ ਵੀ ਹੈ। ਮਿਰਤੂ ਹੋਏ ਮਨੁੱਖ ਦੀ ਵੀ ਪਹਿਚਾਣ ਹੈ, ਜਿਉਂਦਾ ਜਾਗਦਾ ਮਨੁੱਖ ਜਿਹੜਾ ਅੰਦਰੋਂ ਖਤਮ ਹੈ ਉਹਦੀ ਵੀ ਪਹਿਚਾਣ ਹੈ, ਅਤੇ ਜਿਹੜੇ ਅੰਦਰੋਂ ਜਾਗੇ ਹੋਏ ਨੇ ਪਹਿਚਾਣ ਉਹਨਾਂ ਦੀ ਵੀ ਸਮਾਜ ਦੇ ਵਿੱਚ ਵੱਖਰੀ ਹੈ। ਇਤਨੀ ਵੱਡੀ ਪਹਿਚਾਣ ਹੈ। ਨਰਸੀ ਬਾਮਨੀ ਭਗਤ ਨਾਮਦੇਵ ਜੀ, ਜਨਮ ਸਥਾਨ ਉਹਨਾਂ ਦਾ। ਇੱਕ ਦਿਨ ਖਿਆਲ ਆਇਆ, ਬੰਦਗੀ ਦੇ ਮੁਜੱਸਮੇ ਸਨ, ਸਿਮਰਨ ਦੇ ਵਿੱਚ ਲਗਾਤਾਰ ਲੱਗੇ ਰਹਿੰਦੇ ਸਨ ਕਿ ਐ ਮੇਰੇ ਪਰਮਾਤਮਾ, ਤੁਸੀਂ ਕਿਰਪਾ ਕਰੋ ਮੈਨੂੰ ਇੱਕ ਮਕਾਨ ਬਣਾ ਕੇ ਦਿਓ, ਘਰ ਮਕਾਨ ਰਹਿਣ ਵਾਸਤੇ। ਉਹਨਾਂ ਸਮਿਆਂ ਦੇ ਵਿੱਚ ਜਿਹੜੇ ਘਰ ਮਕਾਨ ਹੁੰਦੇ ਸੀ ਇਹ ਕੋਈ ਪੱਕੇ ਮਕਾਨ ਨਹੀਂ ਬਣਦੇ ਸੀ। ਉਹਨਾਂ ਸਮਿਆਂ ਦੇ ਵਿੱਚ ਛੰਨ ਨੂੰ ਮਕਾਨ ਕਿਹਾ ਜਾਂਦਾ ਸੀ। ਛੰਨ ਬਣਾ ਲੈਣੀ। ਭਗਤ ਨਾਮਦੇਵ ਜੀ ਨੇ ਪਰਮਾਤਮਾ ਨੂੰ ਵੰਦਨਾ ਕੀਤੀ ਹੈ, ਇਹ ਮੇਰੇ ਪਰਮਾਤਮਾ, ਜੇ ਕਿਸੇ ਵੀ ਜਗ੍ਹਾ 'ਤੇ ਤੂੰ ਮੇਰੀ ਆਵਾਜ਼ ਸੁਣਦਾ ਪਿਆ ਤੇ ਕਿਰਪਾ ਕਰ ਦੇ, ਮੈਨੂੰ ਇੱਕ ਘਰ 'ਤੇ ਮਕਾਨ ਬਣਾ ਕੇ ਦੇ ਦੇ।
ਜਿਸ ਦੇ ਵਿੱਚ ਮੈਂ ਰਵਾਂ, ਮੇਰਾ ਆਪਣਾ ਪਰਿਵਾਰ ਵੀ ਰਵੇ। ਤੇ ਰੱਬ ਦੇ ਪਿਆਰਿਆਂ ਦੀਆਂ ਜਿਹੜੀਆਂ ਬੇਨਤੀਆਂ ਨੇ ਇਹ ਹਰ ਇੱਕ ਜਗ੍ਹਾ 'ਤੇ ਹਮੇਸ਼ਾ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੁੰਦੀਆਂ ਨੇ। ਭਗਤ ਨਾਮਦੇਵ ਦੀ ਅਰਦਾਸ ਬੇਨਤੀ ਪ੍ਰਵਾਨ ਹੋਈ ਤੇ ਪਰਮਾਤਮਾ ਨੇ ਉਹਦੀ ਛੰਨ ਬਣਾ ਕੇ ਦੇ ਦਿੱਤੀ। ਛੰਨ ਬਣਾ ਕੇ ਰਹਿਣ ਵਾਸਤੇ ਘਰ ਮਕਾਨ ਬਣਾ ਕੇ ਦੇ ਦਿੱਤਾ। ਪਰ ਪਰਮਾਤਮਾ ਨੇ ਇਹੋ ਜਿਹੀ ਛੰਨ ਬਣਾਈ, ਇਹੋ ਜਿਹੀ ਛੰਨ ਬਣਾਈ ਕਿ ਛੰਨਾ ਹੋਰ ਉਹਦੇ ਵਰਗੀ ਕੋਈ ਨਹੀਂ ਸੀ। ਉਹਦਾ ਮੂਲ ਕਾਰਨ ਕੀ ਸੀ ਕਿ ਪਰਮਾਤਮਾ ਨੇ ਉਸ ਛੰਨ ਦੇ ਵਿੱਚ ਇੰਨਾ ਨੂਰ ਭਰਿਆ ਹੋਇਆ ਸੀ ਕਿ ਸਾਖਸ਼ਾਤ ਪਰਮਾਤਮਾ ਦੇ ਦਰਸ਼ਨ ਦੀਦਾਰੇ ਉੱਥੇ ਬੈਠੇ ਨਾ ਹੁੰਦੇ ਸੀ। ਘਰ ਮਕਾਨ ਛੰਨ ਬਣਾਉਣ ਦਾ ਆਪੋ ਆਪਣਾ ਤਰੀਕਾ ਹੈ। ਜਦੋਂ ਮਨੁੱਖ ਘਰ ਮਕਾਨ ਬਣਾਉਂਦਾ ਨਾ, ਉਦੋਂ ਜਦੋਂ ਸਭ ਤੋਂ ਪਹਿਲਾਂ ਉਸ ਦੀ ਨਿਉ ਰੱਖਦਾ ਹੈ ਤੇ ਨਿਉ ਰੱਖਣ ਤੋਂ ਪਹਿਲਾਂ ਬਰਕਤਾਂ ਵਾਲੇ ਹੱਥ ਦੀ ਜਿਹੜੀ ਹੈ ਮਨੁੱਖ ਦੀ ਮੰਗ ਹੁੰਦੀ ਹੈ ਕਿ ਕੋਈ ਬਰਕਤ ਵਾਲਾ ਹੱਥ ਹੋਵੇ। ਜਦੋਂ ਇਸ ਭਾਰਤ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਬਨਾਰਸ ਵਿੱਚ, ਬਰਕਤ ਵਾਲੇ ਹੱਥ ਲੱਭਣ ਦੇ ਯਤਨ ਕੀਤੇ ਗਏ ਕਿ ਪੂਰਨ ਮਹਾਤਮਾ ਕੌਣ ਹੈ, ਤੇ ਉਸ ਵਕਤ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੂੰ ਸੱਦ ਕੇ ਉਹਨਾਂ ਤੋਂ ਨੀਂਹ ਪੱਥਰ ਰਖਾਇਆ ਗਿਆ ਸੀ। ਬਰਕਤ ਵਾਲੇ ਹੱਥ ਲੱਭਦੇ ਆ। ਬਰਕਤ ਵਾਲੇ ਹੱਥ ਜਿਹੜੇ ਉਹ ਲੱਭੇ ਜਾਂਦੇ ਨੇ, ਨਾਲ ਦੀ ਨਾਲ ਸਤਿਗੁਰਾਂ ਦੇ ਅੱਗੇ ਅਰਦਾਸ ਵੀ ਕੀਤੀ ਜਾਂਦੀ ਹੈ। ਸਤਿਗੁਰਾਂ ਨੇ ਜੋ ਹੁਕਮ ਕੀਤਾ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਬਣਾਓ, ਅਰਦਾਸ ਕਰੋ। ਕੋਈ ਵੀ ਸਮਾਂ ਹੋਵੇ ਤੁਸੀਂ ਇਹ ਚੱਕਰ ਦੇ ਵਿੱਚ ਨਹੀਂ ਪੈਣਾ ਕਿ ਕਿਹੜਾ ਸਮਾਂ ਹੈ, ਕਿਉਂਕਿ ਪੁਰਾਤਨ ਜ਼ਮਾਨਿਆਂ ਦੇ ਵਿੱਚ ਸੀ ਜਿਹੜਾ ਲੋਕ ਸਮੇਂ ਦੇ ਵਿੱਚ ਬਹੁਤ ਚੱਕਰ ਦੇ ਵਿੱਚ ਪੈਂਦੇ ਸੀ, ਜਾਂ ਦਿਸ਼ਾਵਾਂ ਦੇ ਚੱਕਰ ਦੇ ਵਿੱਚ ਵੀ ਪੈ ਜਾਂਦੇ ਸੀ। ਕਿਹੜੀ ਦਿਸ਼ਾ ਦੇ ਵਿੱਚ ਕਦੋਂ ਨਿਉ ਰੱਖਣੀ ਹੈ। ਮਹਾਂਡਣ ਧਰਮ ਦੇ ਅੰਦਰ ਜਦੋਂ ਘਰ ਦੀ ਨਿਉ ਰੱਖੀ ਜਾਂਦੀ ਸੀ, ਉਹਨਾਂ ਦੇ ਵਿੱਚ 8 ਧਾਗੇ ਕੱਚੇ ਲੈਤੇ ਜਾਂਦੇ ਸੀ। ਕੱਚੇ ਧਾਗੇ 8 ਇੱਕੋ ਜਗ੍ਹਾ 'ਤੇ ਜਿਹੜਾ ਸੀ ਕੋਈ ਕਿੱਲ ਕੱਢ ਕੇ ਉਹ 8 ਧਾਗੇ ਉਹਦੇ ਨਾਲ ਬੰਨ੍ਹ ਕੇ 4 ਚਫੇਰੇ ਉਹਨਾਂ ਨੂੰ ਦੂਰ ਤੱਕ ਖਿੱਚਿਆ ਜਾਂਦਾ ਸੀ। ਫਿਰ ਉਹ ਨਾਪਿਆ ਤੋਲਿਆ ਜਾਂਦਾ ਸੀ ਕਿ ਕਿਹੜੀ ਦਿਸ਼ਾ ਦੇ ਵਿੱਚ ਕਦੋਂ ਨਿਉ ਰੱਖਣੀ ਹੈ। ਇਹ ਵੱਖੋ ਵੱਖਰੀ ਧਰਮਾਂ ਦਾ ਜਿਹੜਾ ਸੀਗਾ ਰੋਹ ਰੀਤ ਰਿਵਾਜ ਉਹਨਾਂ ਸਮਿਆਂ ਦੇ ਵਿੱਚ ਚੱਲਦਾ ਹੁੰਦਾ ਸੀ। ਸਦਕੇ ਜਾਈਏ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸਭ ਚੀਜ਼ਾਂ ਦਾ ਖੰਡਨ ਕਰ ਦਿੱਤਾ ਹੈ। ਗੁਰਮੁਖਾ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰ, ਅਰਦਾਸ ਕਰ, ਜਦੋਂ ਤੇਰਾ ਟਾਈਮ ਲੱਗਦਾ ਉਹਦੀ ਨਿਉ ਰੱਖ, ਤੈਨੂੰ ਕੋਈ ਦਿਸ਼ਾ ਦੇ ਨਾਲ ਮਤਲਬ ਨਹੀਂ ਹੈ। ਬਸ ਇੰਨਾ ਧਿਆਨ ਰੱਖੀ ਕਿ ਜਿਹੜਾ ਘਰ ਮਕਾਨ ਤੋਂ ਤਿਆਰ ਕਰ ਰਿਹਾ ਨਾ, ਇਸ ਮਕਾਨ ਦੇ ਵਿੱਚ, ਇਸ ਘਰ ਦੇ ਵਿੱਚ ਪਰਮੇਸ਼ਰ ਦੇ ਨਾਮ ਦੀਆਂ ਗੂੰਜਾਂ ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ। ਫਿਰ ਇਸ ਘਰ ਦੇ ਵਿੱਚ ਬਰਕਤ ਆਊਗੀ। ਇਸ ਘਰ ਦੇ ਵਿੱਚ ਫਿਰ ਬਰਕਤ ਆਉਣੀ ਹੈ। ਤੋ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾ ਰਿਹਾ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਫਿਰ ਜਿਹੜੇ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾ ਰਿਹਾ, ਇਸੇ ਨੂੰ ਮਕਾਨ ਨੂੰ ਤੁਹਾਨੂੰ ਘਰ ਕਹਿਣ ਦੀ ਲੋੜ ਨਹੀਂ ਹੈ। ਤੇ ਘਰ ਮਰਹਟ ਸਾਰਖੇ ਭੂਤ ਵਸੈ ਤਿਨ ਮਾਹੀ, ਕਬੀਰ ਜਾ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ। ਤੇ ਘਰ ਮਰਹਟ ਸਾਰਖੇ ਭੂਤ ਵਸੈ ਤਿਨ ਮਾਹੇ। ਗੁਰਬਾਣੀ ਦਾ ਫੈਸਲਾ ਹੈ ਕਿ ਐਸੇ ਮਕਾਨ ਨੂੰ ਘਰ ਕਹਿਣ ਦੀ ਲੋੜ ਨਹੀਂ ਹੈ। ਸ਼ਮਸ਼ਾਨ ਘਾਟ ਹੈ ਤੇ ਉਹਦੇ ਵਿੱਚ ਭੂਤ ਪ੍ਰੇਤ ਰਹਿ ਰਹੇ ਨੇ। ਸਖਤ ਸ਼ਬਦ ਹੈ ਸਤਿਗੁਰੂ ਮਹਾਰਾਜ ਜੀਆਂ ਦੇ ਸਾਡੇ ਵਾਸਤੇ। ਬਰਕਤ ਵਾਲੇ ਹੱਥ ਜਿਹੜੇ ਨੇ ਉਦੋਂ ਲੱਭੇ ਜਾਂਦੇ ਨੇ।
जे तू इसे ही बरकत नूं बरकरार रखनी चाहुंदा है अपने घर दे विच, बरकरार भी लगातार ये परमात्मा की बरकत जिहड़ी है लगातार तो परमात्मा की इस वास्ते पूजा ना करके परमात्मा तो कम लैण वास्ते भी जदों लोड़ पई परमात्मा तो कम ले लिया, बाद दे विच पूजा करनी छड्डती। काम परे हर सिमरिया ऐसा सिमरो नित, अमरापुर वासा करो हर गया बहोरै बित। जदों तुसी कम पैंदे तो परमात्मा नूं सिमरदे, जदों कम पैंदी उदों सिमरन कर लिया। ते गुरु साहिब जी महाराज कहंदे ऐसे परमात्मा दा नित सिमरन करो, ताकि जेड़े तुहाडे कारज ने वो सारे दे सारे परमात्मा आप रास कर देवे, आप ही रास कर देवे। ते परमात्मा इहो जे कारज रास करदा है, सारी दी सारी दुनिया मौत तो डरदी है, परमात्मा जिन्हां दे कारज रास कर दिंदा है, भगतां ने मौत नूं मूहों मंग के लेता होया। गुरु गोबिंद सिंह महाराज ने मुक्तसर साहिब की धरती ते महासिंह नूं कहा सी, राज भाग तख्त ताज जो लैना है अज तू लै सकदा है, पर भाई महासिंह कहंदे सी महाराज मुक्ति दे दिओ, विदावा पाड़ दिओ जिहड़ा मैं लिखिया सी, जिहड़ा असीं लिखिया होया सी। राज भाग तख्त ताज इस रस दे फिक्के ने सब इन्हां दे सामने, परमात्मा के नाम के रस दे सब दे सब फिक्के ने। गुरु साहिब जी महाराज कहते हैं जदों तो काम परे तो सिमरना है परमात्मा का नित सिमरन कर, जदों तो नित सिमरन करेगा फिर परमात्मा तेरे इस घर दे विच बरकतां बरकरार रहणगियां। वरना चेते रखी 36 प्रकार के पदार्थ होणगे, बड़ा धन होऊगा घरे, बड़ा कुछ होना है, ਇਹ सब ਦੇ सब फिक्के पै जाने ने। पता किवें फिक्के पैंदे ने पदार्थ? ये नहीं है परमात्मा दे विच रस घट जांदा, नहीं पदार्थां दे विच रस घट जांदा, ये नहीं है। ये नहीं है कि साडे घर दे विचों धन मुक जांदा है, नहीं, धन भी पिया हुंदा है, पदार्थ भी पए रहिंदे ने, सब कुछ, पर उन्हां दी वर्त वरतावा करन वाले परिवार खेरूं खेरूं हो जांदे ने, खेरूं खेरूं हो जांदे ने। इन्हां दा आपस विच दी मेल नहीं बनदा, ते जद इन्हां दा ही आपस विच दी मेल नहीं बनना तो पदार्थां तो कराउणा की है? की कराउणा है पदार्थां तो? जद परिवार ही कदे एक मंजे ते इकट्ठा ना बैठ सकिया ते बड़े बंगलियां तो की करावांगे? इकट्ठे नहीं बैठना, की फायदा एडे बंगलियां दा? परमात्मा दे नाम दे नाल घर दे विच पदार्थ भी आउंदे ने ते इस परिवारक आपस विच दी सांझ भी बनी रहिंदी है। इहनूं कहंदे ने परमात्मा दी बरकत। सब तो वड्डी बरकत है जिहड़ी ये परमात्मा दी है कि परिवार आपस विच दी कदे टुटदा नहीं है, उन्हां दी आपस विच दी संधि जुड़ी रहिंदी है। अजोके समय दे विच करोड़ां तरह के पदार्थ पए ने घरां विच, बड़ा धन पिया है, मोटर गड्डियां ने, बड़ा कुछ है, पर माफ़ करना परिवार कोई 100 दे विचों 1000 दे विचों एको ही परिवार होऊगा जिहड़ा एक मंजी ते बह के रोटी खांदे होणगे। ਲੱਖਾਂ परिवारां दे विचों एको ही परिवार ऐसा होऊगा जिहड़ा परिवार चटाई विछा के अरदास करके प्रशादा छकण लगदा है ते प्रशादा छक के उस तो बाद अरदास करदा है। ਲੱਖਾਂ दे विचों ये तो साडे घरां दे विच ते कित्थे होना सी, ये ते गुरु घरां दे विचों भी अलोप हो गई है। लंगरां दी महत्ता जिहड़ी सी, ये महत्ता भी लंगर दी मर्यादा सी, जिहड़ी लंगर दी प्रथा सी, यह भी सारे लोगों ने खत्म कर रखी है। लंगरां दे विच भी मेज कुर्सियां लगदे ने, वो भी इंज लगदा है बैठिया नूं देख के कि ये कोई लंगर की जगह नहीं है, ये तो पैलस की जगह। इत्थे मेज कुर्सियां लगे ने, सब बैठ के छक रहे ने, गप्पां मार रहे ने, एक दूजे नाल गल्लां बातां कर रहे ने, सब कुछ करी जांदे। लंगर की मर्यादा ये नहीं है। जिन्ना टाइम परमात्मा दे नाम का भोजन छकना जब गुरु के लंगर विच बैठे हैं, तो माफ़ करना
ਬੰਦੇ ਨੂੰ ਉੱਚੀ ਸਾਹ ਤੱਕ ਨਹੀਂ ਲੈਣਾ ਚਾਹੀਦਾ। ਸਿਮਰਨ ਕਰਦਿਆਂ ਕਰਦਿਆਂ ਕੋਈ ਪ੍ਰਸ਼ਾਦਾ ਛਕਦਾ ਹੈ, ਸਿਮਰਨ ਕਰਦਿਆਂ ਕਰਦਿਆਂ ਕੋਈ ਪ੍ਰਸ਼ਾਦਾ ਬਣਾਉਂਦਾ ਹੈ, ਉਹਨੂੰ ਗੁਰੂ ਕਾ ਲੰਗਰ ਕਹਿੰਦੇ ਨੇ ਕਿ ਗੁਰੂ ਕੇ ਲੰਗਰ ਦੇ ਵਿੱਚ ਪ੍ਰਸ਼ਾਦਾ ਬਣਿਆ ਤੇ ਗੁਰੂ ਕੇ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਿਆ। ਸਿਮਰਨ ਬੰਦਗੀ ਕਰਦਿਆਂ ਕਰਦਿਆਂ ਅਗਰਵਾਈਜ਼ ਜੇ ਸਿਮਰਨ ਬੰਦਗੀ ਨਹੀਂ ਹੈ, ਆਪਣੀਆਂ ਗੱਪਾਂ ਮਾਰ ਮਾਰ ਕੇ ਲੰਗਰ ਬਣਾਇਆ ਤੇ ਗੱਪਾਂ ਮਾਰ ਮਾਰ ਕੇ ਛਕਿਆ, ਉਹਨੂੰ ਲੰਗਰ ਦਾ ਪ੍ਰਸ਼ਾਦਾ ਕਹਿਣ ਦੀ ਲੋੜ ਨਹੀਂ ਹੈ। ਲੰਗਰ ਦੀ ਮਹੱਤਤਾ ਬਾਰੇ ਭਾਈ ਗੁਰਦਾਸ ਨੇ, ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਬੜੀ ਵੱਡੀ ਮਰਿਆਦਾ ਦੱਸੀ ਹੈ, ਪਰ ਕੋਈ ਪੁੱਛਣ ਵਾਸਤੇ ਤਿਆਰ ਨਹੀਂ ਹੈ। ਇਹ ਪ੍ਰਥਾ ਹੈ, ਮਰਿਆਦਾ ਹੈ, ਜਿਹਦੇ ਵਿੱਚੋਂ ਸੱਚਾਈ ਲੱਭਣੀ ਹੈ। ਤੋ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਜੇ ਆਪਣੇ ਘਰ ਮਕਾਨ ਦੇ ਵਿੱਚ ਕਿਸੇ ਮਾਤਾ ਨੇ ਸਿਮਰਨ ਬੰਦਗੀ ਕਰਦਿਆਂ ਰੱਬ ਦਾ ਨਾਮ ਲੈਂਦਿਆਂ ਲੈਂਦਿਆਂ ਪ੍ਰਸ਼ਾਦਾ ਤਿਆਰ ਕੀਤਾ ਹੈ, ਪਰਿਵਾਰ ਨੇ ਚਟਾਈ ਵਿਛਾ ਕੇ ਅਰਦਾਸ ਬੇਨਤੀ ਕਰਕੇ ਪ੍ਰਸ਼ਾਦਾ ਛਕਣ ਲੱਗੇ ਨੇ, ਅਰਦਾਸ ਪ੍ਰਸ਼ਾਦਾ ਛਕ ਕੇ ਬਾਅਦ ਵਿੱਚ ਅਰਦਾਸ ਕਰਦੇ ਨੇ, ਤੋ ਉਹ ਜਿਹੜਾ ਹੈ ਉਹ ਘਰ ਦੇ ਵਿੱਚ ਬਣਿਆ ਹੋਇਆ ਪ੍ਰਸ਼ਾਦਾ ਘਰ ਦਾ ਪ੍ਰਸ਼ਾਦਾ ਨਹੀਂ ਹੈ, ਉਹਨੂੰ ਗੁਰੂ ਕਾ ਲੰਗਰ ਕਹਿੰਦੇ ਨੇ। ਤੇ ਗੁਰੂ ਕੇ ਲੰਗਰ ਦੇ ਵਿੱਚ ਗੱਪਾਂ ਮਾਰ ਮਾਰ ਕੇ ਬਣਾਇਆ ਹੋਇਆ ਪ੍ਰਸ਼ਾਦਾ ਛਕਿਆ ਹੋਇਆ ਗੁਰੂ ਕਾ ਲੰਗਰ ਨਹੀਂ ਹੈ। ਮਾਫ ਕਰਨਾ, ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਤੋ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਬਰਕਤਾਂ ਵਾਲੇ ਹੱਥ ਦੀ ਲੋੜ ਪੈਂਦੀ ਹੈ। ਜਿਹੜੇ ਪਰਮਾਤਮਾ ਦਾ ਤੂੰ ਕੰਮ ਪਰੇ ਤੋਂ ਸਿਮਰਦਾ ਹੈ, ਨਿਤ ਸਿਮਰਨ ਬੰਦਗੀ ਕਰੇ। ਨਾਮਦੇਵ ਨੇ ਅਰਦਾਸਾਂ ਬੇਨਤੀਆਂ ਕੀਤੀਆਂ, ਤੋ ਭਗਤ ਨਾਮਦੇਵ ਦੀ ਛੰਨ ਪਰਮਾਤਮਾ ਨੇ ਬਣਾ ਕੇ ਦਿੱਤੀ ਹੈ। ਛੰਨ ਤੇ ਛੰਨਾਂ ਵਰਗੀ ਸੀ ਜਿਹੇ ਜਿਹੇ ਲੋਕ ਬਣਾਉਂਦੇ ਨੇ, ਪਰ ਉਹਦੇ ਵਿੱਚ ਜਿਹੜੀ ਬਰਕਤ ਸੀ, ਉਹਦੇ ਵਿੱਚ ਜਿਹੜਾ ਇਲਾਹੀ ਨੂਰ ਸੀ, ਉਹ ਇਲਾਹੀ ਨੂਰ ਕਿਸੇ ਹੋਰ ਛੰਨ ਦੇ ਵਿੱਚ ਨਜ਼ਰ ਨਹੀਂ ਆਉਂਦਾ ਸੀ। 2-4 ਦਿਨ ਤੇ ਭਗਤ ਨਾਮਦੇਵ ਦੀ ਗਵੰਡਣ ਤੱਕਦੀ ਰਹੀ। ਨਾਮਦੇਵ ਨੇ ਇੰਨੀ ਸੋਹਣੀ ਛੰਨ ਕਿੱਥੋਂ ਬਣਾ ਲਈ ਹੈ। ਜਿਹੜਾ ਵੀ ਦੇਖਦਾ ਹੈ, ਕਿਉਂਕਿ ਜਿਹੜੀ ਪਰਮਾਤਮਾ ਦਾ ਨਾਮ ਸਿਮਰਨ ਬੰਦਗੀ ਕਰਕੇ ਜੋ ਵੀ ਬਣਾਇਆ ਹੈ, ਪਰਮਾਤਮਾ ਦਾ ਓਟ ਆਸਰਾ ਲੈ ਕੇ ਉਹਦੇ ਵਿੱਚ ਬਰਕਤ ਹੁੰਦੀ ਹੈ, ਤੇ ਬਰਕਤ ਉਹਦੇ ਵਿੱਚ ਸਾਫ਼ ਨਜ਼ਰ ਆਉਂਦੀ ਹੈ। ਪੁੱਛਣ ਦੀ ਲੋੜ ਨਹੀਂ ਪੈਂਦੀ, ਸਾਫ਼ ਹੀ ਨਜ਼ਰ ਆਉਂਦੀ ਹੈ। ਤੋ 4-5 ਦਿਨ ਤੇ ਨਾਮਦੇਵ ਦੀ ਛੰਨ ਨੂੰ ਇਹ ਗਵਾਂਢਣ ਤੱਕਦੀ ਰਹੀ। ਅਕਸਰ ਇੱਕ ਦਿਨ ਗਵਾਂਢਣ ਨੇ ਪੁੱਛ ਲਿਆ ਨਾਮਦੇਵ ਨੂੰ, ਐ ਨਾਮਦੇਵ, ਗੁਰਬਾਣੀ ਦੇ ਵਿੱਚ ਸ਼ਬਦ ਵੀ ਆਇਆ, ਪਾੜ ਪੜੋਸਨ ਪੁੱਛ ਲੈ ਨਾਮਾ, ਕਾ ਪਹਿਚਾਨ ਛਵਾਈ ਹੋ, ਤੋ ਪੈ ਦੁਗਣੀ ਮਜੂਰੀ ਦੇਹੋ, ਮੋਕੋ ਬੇਡੀ ਦਿਓ ਬਤਾਈ ਹੋ, ਅਰੀ ਬਾਈ ਬੇਡੀ ਦੇਣ ਨ ਜਾਈ, ਹਮਾਰਾ ਬੇਡੀ ਪ੍ਰਾਣ ਆਧਾਰਾ। ਇਹ ਲੰਬਾ ਚੌੜਾ ਸ਼ਬਦ ਹੈ ਭਗਤ ਨਾਮਦੇਵ ਜੀਆਂ ਦਾ। ਪਾੜ ਪੜੋਸਨ ਪੁੱਛ ਲੈ ਨਾਮਾ, ਪੜੋਸਨ ਪੁੱਛਦੀ ਹੈ ਨਾਮਦੇਵ ਨੂੰ, ਐ ਨਾਮਦੇਵ, ਮੈਨੂੰ ਦੱਸ ਕੇ ਤੂੰ ਕਿਹੜਾ ਐਸਾ ਮਿਸਤਰੀ ਲਾਇਆ ਸੀ ਜਿਹਨੇ ਤੇਰੀ ਇਹ ਛੰਨ ਬੰਨ੍ਹ ਕੇ ਦਿੱਤੀ ਹੈ। ਕਿਹਨੇ ਛੰਨ ਬੰਨ੍ਹ ਕੇ ਦਿੱਤੀ ਹੈ? ਨਾਮਦੇਵ ਨੂੰ ਪੁੱਛਦੀ ਹੈ ਗਵਾਂਢਣ, ਪਾੜ ਪੜੋਸਨ ਪੁੱਛ ਲੈ ਨਾਮਾ, ਕਾ ਪਹਿਚਾਨ ਛਵਾਈ ਹੋ, ਕਿੱਥੋਂ ਲੈ ਕੇ ਆਇਆ ਸੀ ਇਹ ਮਿਸਤਰੀ ਜਿਹਨੇ ਤੇਰੀ ਛੰਨ ਬੰਨ੍ਹ ਕੇ ਦਿੱਤੀ ਹੈ। ਹੱਥ ਜੋੜ ਕੇ ਗਵਾਂਢਣ ਨਾਮਦੇਵ ਨੂੰ ਪਤਾ ਕੀ ਕਹਿੰਦੀ, ਤੋ ਪੈ ਦੁੱਗਣੀ ਮਜੂਰੀ ਦੇਹੋ, ਮੋਕੋ ਬੇਡੀ ਦਿਓ ਬਤਾਈ ਹੋ। ਐ ਨਾਮਦੇਵ, ਮੈਂ ਤੇਰੇ ਅੱਗੇ ਬੇਨਤੀ ਕਰਦੀ ਹਾਂ ਕਿ ਜਿੰਨੀ ਮਜ਼ਦੂਰੀ ਤੂੰ ਦੇ ਕੇ ਤੋਰਿਆ ਨਾ ਇਸ ਮਿਸਤਰੀ ਨੂੰ ਜਿਹਨੇ ਤੇਰੀ ਛੰਨ ਬੰਨੀ ਹੈ, ਮੈਂ ਇੱਦੋਂ ਦੁੱਗਣੀ ਮਜ਼ਦੂਰੀ ਦੇਣ ਵਾਸਤੇ ਤਿਆਰ ਹਾਂ, ਪਰ ਮੈਨੂੰ ਉਹ ਮਿਸਤਰੀ ਬੁਲਾ ਦੇ ਜਿਹਨੇ ਤੇਰੀ ਛੰਨ ਬੰਨੀ ਹੈ। ਤੋ ਪੈ ਦੁੱਗਣੀ ਮਜ਼ਦੂਰੀ ਦੇਹੋ, ਮੌਕੋ ਬੇਡੀ ਦਿਓ ਬਤਾਈ ਹੋ। ਭਗਤ ਨਾਮਦੇਵ ਜੀ ਨੂੰ ਕਹਿੰਦੀ, ਮੈਂ ਦੁੱਗਣੀ ਮਜ਼ਦੂਰੀ ਦੇ ਦੂੰ, ਪਰ ਮੈਨੂੰ ਉਹ ਮਿਸਤਰੀ ਦੱਸ ਦੇ ਕਿ ਕੀ ਤੂੰ ਇਹ ਛੰਨ ਬਣਾਈ ਹੈ। ਤੂੰ ਇੰਨੀ ਸੁਚੱਜੇ ਢੰਗ ਦੇ ਨਾਲ ਛੰਨ ਬੰਨੀ ਹੈ, ਤੇ ਇੰਨਾ ਇਸ ਦੇ ਵਿੱਚੋਂ ਇਲਾਹੀ ਨੂਰ, ਅੱਲਾ ਦਾ ਨੂਰ ਝਮਕ ਰਿਹਾ,
ਛੰਨ ਭਾਵੇਂ ਛੰਨਾ ਵਰਗੀ ਸੀ, ਪਰ ਉਹਦੇ ਵਿੱਚ ਅੱਲਾ ਦਾ ਨੂਰ ਸੀ, ਪਰਮਾਤਮਾ ਦਾ। ਪਰਮਾਤਮਾ ਨੇ ਆਪਣੇ ਹੱਥ ਦੇ ਨਾਲ ਜੋ ਬੰਨੀ ਹੋਈ। ਜਿਹੜਾ ਵੀ ਪਰਮਾਤਮਾ ਅੱਗੇ ਅਰਦਾਸਾਂ ਬੇਨਤੀਆਂ ਕਰਦਾ ਹੈ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਸਤਿਗੁਰਾਂ ਦਾ ਹੁਕਮ ਹੈ ਗੁਰਸਿੱਖ ਵਾਸਤੇ। ਜਿਹੜਾ ਵੀ ਤੂੰ ਕੰਮ ਕਰਨਾ ਹੈ, ਉਹ ਸਾਰੇ ਦੇ ਕੰਮ ਕਰਨ ਤੋਂ ਪਹਿਲਾਂ ਤੂੰ ਪਰਮਾਤਮਾ ਦੇ ਨਾਮ ਦਾ ਉਲਟਾ ਆਸਰਾ ਲੈਣਾ ਹੈ, ਅਰਦਾਸ ਕਰਨੀ ਹੈ ਪਰਮਾਤਮਾ ਦੇ ਅੱਗੇ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਪੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ। ਗੁਰਬਾਣੀ ਦੇ ਸ਼ਬਦ ਨੇ। ਜੋ ਵੀ ਤੁਸੀਂ ਕਾਰਜ ਕਰਦੇ ਹੋ, ਉਹ ਸਾਰਾ ਕਾਰਜ ਕਰਨ ਤੋਂ ਪਹਿਲਾਂ ਤੁਸੀਂ ਸਤਿਗੁਰਾਂ ਦੇ ਅੱਗੇ ਅਰਦਾਸ ਕਰਨੀ ਹੈ। ਉਹਦਾ ਮਤਲਬ ਕੀ ਹੈ? ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀਐ। ਐ ਮੇਰੇ ਪਰਮਾਤਮਾ, ਮੈਂ ਅਰਦਾਸ ਬੇਨਤੀ ਕਰਨ ਲੱਗਿਆ ਵੀ ਜੋ ਵੀ ਮੈਂ ਕਾਰਜ ਆਰੰਭਣ ਲੱਗਿਆ, ਇਹ ਸਾਰੇ ਦਾ ਸਾਰਾ ਕਾਰਜ ਤੁਸੀਂ ਮੇਰੇ ਨਾਲ ਰਲ ਕੇ ਕਾਰਜ ਰਸ ਕਰਵਾਉਣਾ ਹੈ। ਕਾਰਜ ਦੇਹ ਸਵਾਰ, ਐ ਮੇਰੇ ਸਤਿਗੁਰੋ, ਜੇ ਆਪ ਜੀ ਤੁਸੀਂ ਮੇਰੇ ਨਾਲ ਹੋਵੋਗੇ ਤੇ ਇਹ ਮੇਰਾ ਕਾਰਜ ਰਾਸ ਹੋ ਜਾਣਾ ਹੈ, ਵਰਨਾ ਇਹ ਮੇਰਾ ਕਾਰਜ ਰਾਸ ਨਹੀਂ ਹੋਣਾ। ਇਹ ਅਰਦਾਸ ਪਰਮਾਤਮਾ ਦੇ ਅੱਗੇ ਕਰਦੇ, ਪਰ ਬੰਦਾ ਕਰਦਾ ਕੀ ਹੈ? ਇਹ ਪਰਮਾਤਮਾ ਨੂੰ ਕਹਿ ਵੀ ਦਿੰਦਾ ਹੈ ਕਿ ਪਰਮਾਤਮਾ ਮੇਰੇ ਘਰ ਆਵੀਂ, ਮੈਂ ਇੱਕ ਕਾਰਜ ਆਰੰਭਿਆ, ਮੇਰੇ ਨਾਲ ਰਲ ਕੇ ਕਿਰਪਾ ਕਰੇ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੇਰੇ ਨਾਲ ਚੱਲ ਕੇ ਮੇਰਾ ਕਾਰਜ ਰਾਸ ਕਰੀ। ਕੋਈ ਰੂਪ ਤੇ ਪਰਮਾਤਮਾ ਧਾਰਨ ਕਰਦਾ ਹੀ ਹੈ ਨਾ, ਕਿਸੇ ਨਾ ਕਿਸੇ ਨੂੰ ਤੇ ਜਰੀਆ ਬਣ ਕੇ ਪਰਮਾਤਮਾ ਸਾਡਾ ਕਾਰਜ ਰਾਸ ਕਰਵਾਉਂਦਾ ਹੀ ਹੈ। ਕੋਈ ਨਾ ਕੋਈ ਜਰੀਆ ਪਰਮਾਤਮਾ ਨੇ ਰੱਖਿਆ ਹੁੰਦਾ ਹੈ। ਬੰਦਾ ਕਰਦਾ ਕੀ ਹੈ? ਅਰਦਾਸ ਕਰਕੇ ਪਰਮਾਤਮਾ ਤੋਂ ਫਿਰ ਇਹ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਬਸ ਫਿਰ ਇਹ ਕਾਰਜ ਦੇ ਵਿੱਚ ਇੰਨਾ ਰੁੱਝ ਜਾਂਦਾ ਹੈ ਕਿ ਜੇ ਕਦੇ ਪਰਮਾਤਮਾ ਕਿਸੇ ਦੇ ਘਰ ਚਲਿਆ ਵੀ ਜਾਵੇ ਤੇ ਪਰਮਾਤਮਾ ਵੀ ਸੋਚਦਾ ਹੋਊਗਾ ਵੀ ਕਿਹੜਾ ਕਾਰਜ ਹੈ ਜਿਹੜਾ ਗੁਰਮਤਿ ਦੇ ਅਨੁਸਾਰ ਕਰਦਾ, ਜਿਹੜਾ ਦਾ ਰਸ ਕਰੀਏ। ਫਿਰ ਤੁਹਾਨੂੰ ਪਤਾ ਹੀ ਨਹੀਂ ਕਾਰਜ ਰਸ ਕਿਹੜੇ ਹੁੰਦੇ ਨੇ। ਕਿਉਂ ਨਹੀਂ ਕਿਸੇ ਦੇ ਕਾਰਜ ਰਸ ਹੋ ਰਹੇ? ਕਿਉਂਕਿ ਅਰਦਾਸ ਬੇਨਤੀ ਕਰਕੇ ਉਸ ਤੋਂ ਬਾਅਦ ਮਨੁੱਖ ਜਿਹੜਾ ਮੁੱਕਰ ਜਾਂਦਾ, ਫਿਰ ਉਹ ਆਪਣੇ ਘਰ ਦੇ ਵਿੱਚ ਇਹੋ ਜਿਹੇ ਕਾਰਜ ਕਰਦਾ ਜਿਹਦਾ ਗੁਰਮਤਿ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਗੁਰੂ ਦੀ ਮੱਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੋ ਤੇ ਘਰ ਦੇ ਵਿੱਚ ਕਾਰਜ ਆਰੰਭੇ ਹੁੰਦੇ ਨੇ, ਬੜਾ ਕੁਛ ਕੀਤਾ ਜਾਂਦਾ ਘਰ ਦੇ ਵਿੱਚ। ਹੁਣ ਪਰਮਾਤਮਾ ਅਰਦਾਸ ਤੇ ਤੋਂ ਪਰਮਾਤਮਾ ਅੱਗੇ ਕਰਕੇ ਗਿਆ ਸੀ, ਪਰਮਾਤਮਾ ਹੁਣ ਕੀ ਕਰੇ? ਵਿਚਾਰਾ ਨਚਾਰਾਂ ਦੇ ਨਾਲ ਨੱਚੇ, ਜਾਂ ਤੇਰੇ ਸ਼ਰਾਬ ਪੀਂਦੇ ਦੇ ਕੋਲ ਬੈਠ ਕੇ ਕਹੇ ਵੀ ਤੈਨੂੰ ਹੋਰ ਪੀ ਲੈ, ਕਿ ਤੈਨੂੰ ਕਹੇ ਵੀ 2-4 ਬੱਕਰਿਆਂ ਨਾਲ ਕੁਛ ਨਹੀਂ ਬਣਨਾ, 5-7 ਹੋਰ ਵੱਢ ਲੈ। ਇਹ ਕਹੇ ਪਰਮਾਤਮਾ? ਜਿੰਨੇ ਕਾਰਜ ਕਰਨੇ ਨੇ ਪਰਮਾਤਮਾ ਤੋਂ ਉਲਟ ਹੋ ਕੇ ਮਨੁੱਖ ਕਰਦਾ ਹੈ। ਤੇ ਜੇ ਉਲਟ ਹੋ ਕੇ ਕਰਦਾ ਹੈ, ਸੱਚ ਜਾਣਿਓ, ਫਿਰ ਇਹ ਵੱਡੇ ਵੱਡੇ ਕਾਰਜਾਂ ਦੇ ਵਿੱਚ ਮੁੰਡਾ ਵਿਆਹ ਹੈ, ਕਿਸੇ ਨੇ ਲੜਕੀ ਵਿਆਹੀ ਹੈ, ਵੱਡੇ ਵੱਡੇ ਕਾਰਜਾਂ ਦੇ ਵਿੱਚ ਜੇ ਇਹ ਕੁਛ ਕੀਤਾ ਜਾਂਦਾ ਹੈ, ਦੇਵੀ ਦੇਵਤਿਆਂ ਦਾ ਜਨਮ ਕਿਤੇ ਨਹੀਂ ਹੋ ਰਿਹਾ, ਫਿਰ ਘਰਾਂ ਦੇ ਵਿੱਚ ਭੂਤ ਪ੍ਰੇਤੀ ਜੰਮਦੇ ਨੇ। ਨਿਉ ਜੋ ਮਾੜੀ ਰੱਖੀ ਅਸੀਂ, ਨਿਉ ਜੋ ਮਾੜੀ ਰੱਖੀ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜੋ ਵੀ ਕਾਰਜ ਗੁਰਮੁਖ ਨੇ ਕਰਨਾ ਹੈ, ਗੁਰਮਤਿ ਦੇ ਅਨੁਸਾਰ ਕਰਨਾ ਹੈ। ਤੇ ਗੁਰੂ ਦੀ ਮੱਤ ਦੇ ਅਨੁਸਾਰ ਕਿਹੜਾ ਕਾਰਜ ਕਰ ਰਹੇ ਨੇ?
ਆਪਾਂ ਸੁਬਾਹ ਉੱਠੇ ਆ, ਹੁਣ ਤੱਕ ਸਭ ਨੇ ਚਾਹ ਪਾਣੀ ਛਕ ਲਿਆ ਹੋਣਾ। ਸ਼ਾਮ ਦੇ ਜਿੰਨਾ ਟਾਈਮ ਤੱਕ ਅਸੀਂ ਪੈਂਦੇ ਨਹੀਂ ਆ, ਕਦੇ ਕਾਪੀ ਪੈਨ ਲੈ ਲੈਣਾ, ਲਿਖੀ ਜਾਣਾ, ਲਿਖੀ ਜਾਣਾ ਜੋ ਵੀ ਅਸੀਂ ਕਾਰਜ ਕੀਤਾ, ਕੀ ਉਹ ਕੰਮ ਵਾਸਤੇ ਸਾਨੂੰ ਪਰਮਾਤਮਾ ਨੇ ਆਗਿਆ ਦਿੱਤੀ ਹੋਈ ਹੈ ਕਿ ਤੂੰ ਇਹ ਕਰਨਾ ਕਾਰਜ? ਜੇ ਨਹੀਂ ਦਿੱਤੀ ਆਗਿਆ ਤਾਂ ਫਿਰ ਮੈਂ ਕਿਉਂ ਕਰ ਰਿਹਾ? ਫਿਰ ਮਨੁੱਖ ਨੂੰ ਜਿਹੜੇ ਜ਼ਿੰਦਗੀ ਦੇ ਗੁਨਾਹ ਨੇ ਉਹ ਸਾਰੇ ਦੇ ਸਾਰੇ ਚੇਤੇ ਆ ਜਾਂਦੇ ਨੇ। ਬਰਕਤ ਵਾਲੇ ਹੱਥਾਂ ਦੀ ਲੋੜ ਪੈਂਦੀ ਹੈ। ਤੋ ਨਾਮਦੇਵ ਨੂੰ ਗਵਾਂਢਣ ਕਹਿਣ ਲੱਗੀ, ਨਾਮਦੇਵ ਮੈਂ ਦੁੱਗਣੀ ਮਜ਼ਦੂਰੀ ਦੇ ਦੂੰਗੀ ਪਰ ਮੈਨੂੰ ਇਹ ਮਿਸਤਰੀ ਮਿਲਾ ਦੇ। ਕਿੱਥੋਂ ਲੈ ਕੇ ਆਇਆ ਸੀ? तो पै दुगनी मजूरी देहो मौको बेटी देहो बताई हो, रीब आई बेटी दे न जाई, हमारे बेटी प्राण आधार है। बेटी प्रीत मजूरी मांगे जो को छान छबावे हो, लोग कुटुंब सबों ते तोरे तो आपन बेटी आवे हो। भगत नामदेव जी कहते है गमांडन, बेटी प्रीत मंजूरी मांगे, जे तू ऐसे ही मिस्त्री तो शन इहो जी बनाउणी चाहुंदी है ना जिहदे विच अल्लाह दा नूर वरसदा होवे, फिर वो तो प्रीत मंगदा है कि उन्हां दे चरनां दे नाल जुड़ बैठ। जदों उन्हां दे चरनां दे नाल जुड़ बैठेंगी तेरी बेनती परमात्मा तक पहुँच गई, अल्लाह दे इलाही नूर वाली तैनूं भी एक छन बना के दे देणगे। पर एक कम तैनू आप नू करना पैना, तू आप सिमरन बंदगी कर, आप परमात्मा दे नाल जुड़ बैठ, फिर तैनू परमात्मा इहो जी छन बना के देवेगा। वरना जे तू आप जुड़ नहीं बैठदे परमात्मा दे नाल तो फिर जिहड़ा है तैनू इहो जी छन नहीं। छन्ना भावें करोड़ां सी उन्हां समयां दे विच, नामदेव दी छन अज तक भी पूजी जा रही है, क्योंकि उहदे विच अल्लाह दा नूर वरसदा सी, अल्लाह दा नूर वरसदा सी। घर मकान सब दे सब गुरु गोबिंद सिंह महाराज वेले उन्हां टाइमां दे विच लोकां ने बड़े वड्डे वड्डे बंगले पाए हुए सन, पर भाई जिउणे दी दित्ती हुई टिंड दी अज भी कथा गुरु घर दे विच हुंदी है। एक टिंड, महिलां दी कोई कथा नहीं, लानतां अज भी पैंदियां ने वजीर खां वर्गियां नूं, पर एक टिंड दी अज भी कथा हुंदी है, अज भी सिफतां ने, अज भी उन्हां नूं सजदा हुंदियां ने, अज भी उन्हां नूं सजदा हुंदियां ने। गुरु साहिब जी महाराज ने ऐसे अनेकां परमात्मा ने संसार दे विच कौतक रचे ने, तो इन्हां दा मुੱਢ की है? सिमरन अते बंदगी करनी ते परमात्मा तो आग्या लेके परमात्मा दे अनुसार ही सारे कारज रस करने। उन्हां दा फिर इस जुगां जुगां तक नाम चमकदा रहिंदा है। वरना इन्हां महलां दीयां कथा कहानियां कोई बाहली दूर नहीं जांदियां, जिन्हें कोई बिना बरकतां वाले ਜਿਹੜੇ हथ ने जिन्हां दे घरां दे विच, जिन्हां दे घर दे विच कोई सिमरन बंदगी नहीं कर रहा, कोई सिमरन नहीं चल रहा, इन्हां दीयां कथावां बहुतियां लंबियां नहीं जांदियां हुंदियां। तो गुरु साहिब जी महाराज महान किरपा अकाल पुरख जी करते हैं। सतगुरु महाराज जी ने किरपा की है, जितने क समय की बख्शिश सतगुरां ने की, गुरु की संगत ने की। सतगुरु महाराज जी के चरना कमलों की आप रल मिल के हाजरी भर ली है। सतगुरु महाराज जी किरपा करन। भुलां चुकां दी खिमा आईयां संगतां दा बहुत धन्नवाद। प्रेम दे नाल सारी संगत बुलाइए फतेह। वाहिगुरू जी का खालसा, वाहिगुरू जी की फतेह।